ਸਾਹਿਬ ਜੀ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸੋ ਕਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਦ ਇਕ ਓੰਕਾਰ, ਸਤਿਗੁਰ ਪ੍ਰਸਾਦ। ਜਗ ਦਾਤਾ ਸੋਏ ਭਗਤ ਵਛਲ, ਤਿਹੋ ਲੋਏ ਜਿਉ। ਗੁਰ ਸ਼ਬਦ ਸਮਾਵੈ, ਅਵਰ ਨਾ ਜਾਣੈ ਕੋਈ ਜਿਉ। ਜਗ ਦਾਤਾ ਸੋਏ ਭਗਤ ਵਛਲ, ਤਿਹੋ ਲੋਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਨੇ ਕਿਰਪਾ ਕਰਕੇ ਸ੍ਰੀ ਆਨੰਦ ਸਾਹਿਬ ਦੀ ਬਾਣੀ, ਜਿਸ ਦੀ ਆਪਾਂ ਵਿਚਾਰ ਸਰਵਨ ਕਰ ਰਹੇ ਸੀ ਕੱਲ੍ਹ ਦੇ ਦੀਵਾਨ ਵਿੱਚ, ਮਹਾਰਾਜ ਜੀਆਂ ਨੇ ਉਸ ਬਾਣੀ ਦੀ ਸੰਪੂਰਨਤਾ ਹੀ ਸਾਨੂੰ ਬਖਸ਼ਿਸ਼ ਕੀਤੀ ਹੈ। ਆਨੰਦ ਸਾਹਿਬ ਦੀ ਬਾਣੀ ਤੋਂ ਉਪਰੰਤ ਅੱਜ ਰਾਮਕਲੀ ਸਦ, ਇਹ ਰਾਮਕਲੀ ਸਦ ਨਾਮ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਗੁਰੂ ਪਾਤਸ਼ਾਹ ਨੇ ਇਸ ਬਾਣੀ ਨੂੰ 923 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤਾ ਹੈ। ਜਿਹੜੇ ਮਹਾਰਾਜ ਜੀਆਂ ਦੇ ਸਰੂਪ ਸਾਨੂੰ ਅੱਜ ਪ੍ਰਾਪਤ ਹੋ ਰਹੇ ਨੇ, ਜਿਨ੍ਹਾਂ ਦੀ ਲਿਖਾਈ ਮਸ਼ੀਨ ਦੇ ਨਾਲ ਹੋਈ ਹੈ, ਉਹਨਾਂ ਦੇ ਉੱਪਰ ਇਹ ਬਾਣੀ 923 ਅੰਗ ਦੇ ਉੱਪਰ ਹੈ। ਗੁਰੂ ਪਾਤਸ਼ਾਹ ਇਸ ਬਾਣੀ ਨੂੰ ਬਖਸ਼ਿਸ਼ ਕਰਦੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਵਿਚਾਰ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਸਦ, ਰਾਮਕਲੀ ਰਾਗ ਦੇ ਅੰਦਰ ਇਹ ਸਦ ਨਾਮ ਦੀ ਬਾਣੀ ਹੈ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ 18 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬੈਠੇ ਸਨ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਉਸ ਵੇਲੇ ਮਹਾਰਾਜ ਸਾਹਿਬ ਜੀ ਦੀ ਸਰੀਰਕ ਉਮਰ ਜਿਹੜੀ ਉਹ 18 ਸਾਲ ਦੀ ਹੈ। ਗੁਰਤਾ ਗੱਦੀ ਤੇ ਬੈਠ ਕੇ ਮਹਾਰਾਜ ਜੀਆਂ ਨੇ ਅਨੇਕਾਂ ਕਾਰਜ ਕੀਤੇ। ਜਿਸ ਵੇਲੇ ਸਿੱਖਾਂ ਵੱਲੋਂ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਵੱਲੋਂ ਬੇਨਤੀ ਹੋਈ, ਮਹਾਰਾਜ ਜੀ ਸੱਚੀ ਬਾਣੀ ਦੇ ਵਿੱਚ ਰਲਾ ਪਾਇਆ ਜਾ ਰਿਹਾ ਹੈ, ਮਿਲਾਵਟ ਕੀਤੀ ਜਾ ਰਹੀ ਹੈ। ਇੱਕ ਦਿਨ ਸ੍ਰੀ ਦਰਬਾਰ ਦੇ ਅੰਦਰ ਕੋਈ ਗੁਰੂ ਕੇ ਕੀਰਤਨੀਏ ਗੁਰਬਾਣੀ ਦਾ ਸ਼ਬਦ ਪੜ੍ਹਦੇ ਪਏ। ਗੁਰਬਾਣੀ ਤੇ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ, ਪਰ ਗੁਰੂ ਨਾਨਕ ਸਾਹਿਬ ਦਾ ਨਾਮ ਇਸ ਸ਼ਬਦ ਵਿੱਚ ਆਇਆ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬੁਲਾ ਕੇ ਪੁੱਛਿਆ, ਕਹਿਣ ਲੱਗੇ, ਭਾਈ ਸਿੱਖੋ, ਇਹ ਬਾਣੀ ਕਿਸ ਦੀ ਹੈ ਤੇ ਕਿੱਥੋਂ ਪੜ੍ਹੀ ਹੈ? ਉਹ ਰਾਗੀ ਸਿੰਘ ਕਹਿਣ ਲੱਗੇ, ਮਹਾਰਾਜ ਸਾਹਿਬ ਜੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ। ਸਤਿਗੁਰੂ ਕਹਿਣ ਲੱਗੇ, ਤੁਹਾਨੂੰ ਕਿਵੇਂ ਪਤਾ ਹੈ ਵੀ ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਹੈ? ਕਹਿੰਦੇ, ਪਾਤਸ਼ਾਹ ਜੀ ਸ਼ਬਦ ਦੇ ਸਭ ਤੋਂ ਅਖੀਰ ਤੇ ਗੁਰੂ ਨਾਨਕ ਨਾਮ ਆਇਆ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਗੁਰੂ ਨਾਨਕ ਨਾਮ ਤੇ ਕੋਈ ਵੀ ਲਿਖ ਦੇਵੇਗਾ ਸ਼ਬਦ ਦੇ ਥੱਲੇ ਜਾ ਕੇ, ਤੇ ਉਹ ਬਾਣੀ ਗੁਰੂ ਨਾਨਕ ਸਾਹਿਬ ਦੀ ਥੋੜੀ ਹੋ ਜਾਏਗੀ। ਜਦੋਂ ਮਹਾਰਾਜ ਜੀ ਨੇ ਪਤਾ ਕਰਾਇਆ ਤੇ ਪਤਾ ਇਹ ਲੱਗਾ, ਜੋ ਸਤਿਗੁਰਾਂ ਦੇ ਵੱਡੇ ਭਰਾ ਸਨ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਦੇ ਪੁੱਤਰ ਦਾ ਨਾਮ ਸੀ ਭਾਈ ਮਿਹਰਵਾਨ। ਤੇ ਪਤਾ ਇਹ ਲੱਗਾ ਵੀ ਇਹ ਤੇ ਸ਼ਬਦ ਮਿਹਰਵਾਨ ਨੇ ਆਪਣੇ ਕੋਲੋਂ ਬਣਾਇਆ ਹੈ, ਕਿਉਂਕਿ ਉਹਦੇ ਮਨ ਵਿੱਚ ਲਾਲਸਾ ਇਹ ਸੀ ਵੀ ਆਉਣ ਵਾਲੇ ਸਮੇਂ ਤੇ ਮੈਂ ਗੁਰਤਾ ਗੱਦੀ ਤੇ ਬੈਠਣਾ ਹੈ। ਤੇ ਸਿੱਖਾਂ ਦੇ ਵਿੱਚ ਰੁਝਾਨ ਇਹ ਹੈ ਵੀ ਜਿਹੜਾ ਗੁਰੂ ਗੁਰਤਾ ਗੱਦੀ ਤੇ ਬੈਠੇ ਉਹਨੂੰ ਬਾਣੀ ਰਚਣੀ ਪਵੇਗੀ, ਕਿਉਂਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਲਗਾਤਾਰ ਬਾਣੀ ਉਚਾਰੀ ਨਾ ਗੁਰੂ ਪਾਤਸ਼ਾਹ ਨੇ। ਮਿਹਰਵਾਨ ਦੇ ਮਨ ਵਿੱਚ ਗੱਲ ਇਹ ਸੀ ਵੀ ਜੇ ਗੁਰਤਾ ਗੱਦੀ ਤੇ ਮੈਂ ਬੈਠਾਂਗਾ, ਮੈਨੂੰ ਮਿਲੇਗੀ, ਤੇ ਫਿਰ ਮੈਨੂੰ ਸੰਗਤਾਂ ਨੇ ਕਹਿਣਾ ਬਾਣੀ ਉਚਾਰੋ। ਇਹ ਬਾਣੀ ਉਚਾਰਨ ਦੀ ਜਾਚ ਸਿੱਖਦਾ, ਵੱਖਰੀਆਂ ਵੱਖਰੀਆਂ ਕਵਿਤਾ ਬਣਾ ਕੇ, ਸ਼ਬਦ ਬਣਾ ਕੇ ਥੱਲੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਦਿੰਦਾ। ਜਿਹੜਾ ਅੱਜ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਇਹ ਉਚਾਰਿਆ ਮਿਹਰਵਾਨ ਨੇ ਉਸ ਵੇਲੇ, ਤੇ ਥੱਲੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਦਿੱਤਾ। ਸਤਿਗੁਰਾਂ ਨੇ ਕਿਹਾ, ਭਾਈ ਇਹ ਤੇ ਬਹੁਤ ਭਾਰੀ ਵੱਡੀ ਗੜਬੜ ਹੈ, ਬੜੀ ਵੱਡੀ ਗਲਤੀ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਅੱਜ ਤੇ ਆਪ ਗੁਰਤਾ ਗੱਦੀ ਤੇ ਬੈਠੇ ਹੋ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬਾਣੀ ਕੱਚੀ ਹੈ। ਆਉਣ ਵਾਲੇ ਸਮੇਂ ਵਿੱਚ ਤੇ ਮਿਹਰਵਾਨ ਵਰਗੇ ਕਈ ਪੈਦਾ ਹੋ ਜਾਣਗੇ ਤੇ ਸਾਰੇ ਹੀ ਸ਼ਬਦ ਉਚਾਰਨ ਲੱਗ ਪੈਣਗੇ। ਫਿਰ ਸਿੱਖਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ? ਹੋ ਸਕਦਾ ਭੁਲੇਖੇ ਨਾਲ ਕੱਚੀ ਬਾਣੀ ਤੇ ਸ਼ਰਧਾ ਰੱਖ ਕੇ ਬੈਠ ਜਾਣ। ਹੋ ਸਕਦਾ ਹੈ ਕਿ ਸਿੱਖਾਂ ਦੇ ਮਨ ਵਿੱਚ ਸ਼ੰਕਾ ਹੀ ਇੰਨਾ ਪੈ ਜਾਵੇ ਕਿ ਸੱਚੀ ਬਾਣੀ ਤੇ ਵੀ ਨਾ ਭਰੋਸਾ ਰਵੇ। ਆਪ ਜੀ ਕਿਰਪਾ ਕਰੋ, ਗੁਰਬਾਣੀ ਦਾ ਗ੍ਰੰਥ ਰਚੀਏ ਜਿਹਦੇ ਵਿੱਚ ਕੋਈ ਮਿਲਾਵਟ ਨਾ ਕਰ ਸਕੇ। ਇਹ ਬਚਨ ਮਹਾਰਾਜ ਜੀ ਨੇ ਮੰਨਿਆ, ਕਹਿਣ ਲੱਗੇ ਬਚਨ ਬੜਾ ਚੰਗਾ ਹੈ। ਉਸ ਵੇਲੇ ਸਤਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਗੋਇੰਦਵਾਲ ਸਾਹਿਬ ਪੋਥੀਆਂ ਲੈਣ ਵਾਸਤੇ ਆਏ। ਇਤਿਹਾਸ ਵਿੱਚ ਬਚਨ ਆਉਂਦਾ ਵੀ ਪਹਿਲਾਂ ਭਾਈ ਗੁਰਦਾਸ ਜੀ ਆਏ ਸਨ, ਉਹ ਕਾਮਯਾਬ ਨਹੀਂ ਹੋਏ। ਫਿਰ ਬਾਬਾ ਬੁੱਢਾ ਸਾਹਿਬ ਜੀ ਆਏ, ਪੋਥੀਆਂ ਉਹਨਾਂ ਨੂੰ ਵੀ ਨਹੀਂ ਮਿਲੀਆਂ। ਤੇ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਆਏ। ਸਤਿਗੁਰਾਂ ਦੇ ਵੱਡੇ ਮਾਮਾ ਜੀ ਦਾ ਨਾਮ ਭਾਈ ਮੋਹਨ ਜੀ ਹੈ। ਸਤਿਗੁਰਾਂ ਨੇ ਸ਼ਬਦ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਦੋਂ ਇਹ ਸ਼ਬਦ ਉਚਾਰਿਆ, ਬਾਬਾ ਮੋਹਨ ਜੀਆਂ ਨੇ ਨੇਤਰ ਖੋਲ੍ਹੇ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਇਆ ਵੇਖਿਆ। ਮਹਾਰਾਜ ਸਾਹਿਬ ਜੀਆਂ ਨੂੰ ਪੋਥੀਆਂ ਦੇ ਕੇ ਨਮਸਕਾਰ ਕੀਤੀ ਹੈ। ਜਿਸ ਵੇਲੇ ਸਤਿਗੁਰੂ ਜੀ ਗੋਇੰਦਵਾਲ ਤੋਂ ਚੱਲਣ ਲੱਗੇ ਪੋਥੀਆਂ ਲੈ ਕੇ, ਤੇ ਸਤਿਗੁਰਾਂ ਦੇ ਸਭ ਤੋਂ ਛੋਟੇ ਮਾਮਾ ਜੀ ਜਿਨ੍ਹਾਂ ਦਾ ਨਾਮ ਭਾਈ ਮੋਹਰੀ ਜੀ ਹੈ, ਇੰਨੇ ਚਿਰ ਨੂੰ ਉਹ ਆ ਗਏ। ਉਹਨਾਂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਆਪ ਕਿਰਪਾ ਕਰੋ, ਮੇਰੇ ਘਰ ਵਿੱਚ ਜ਼ਰੂਰ ਚਰਨ ਪਾਓ। ਭਾਈ ਸੰਤੋਖ ਸਿੰਘ ਜੀਆਂ ਨੇ ਬਚਨ ਲਿਖਿਆ, ਸ਼੍ਰੀ ਅਰਜਨ ਗੁਰ ਗਿਆਨ ਉਦਾਰੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਗਿਆਨ ਦੇ ਦਾਤੇ, ਕਿਰਪਾ ਕਰੋ ਘਰੋਂ ਚੱਲ ਹਮਾਰੇ।
ਮਹਾਰਾਜ ਕਿਰਪਾ ਕਰੋ ਮੇਰੇ ਘਰ ਵਿੱਚ ਚਰਨ ਪਾਓ। ਬਾਬਾ ਮੋਹਰੀ ਜੀ ਕਹਿ ਰਹੇ ਨੇ ਰਿਸ਼ਤੇਦਾਰੀ ਵਿੱਚ ਮਹਾਰਾਜ ਜੀਆਂ ਦੇ ਸਕੇ ਮਾਮਾ ਜੀ ਵੀ ਲੱਗਦੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ। ਸਤਿਕਾਰ ਕਰਦਿਆਂ ਹੋਇਆਂ ਹੱਥ ਜੋੜ ਕੇ ਆਖਿਆ, ਮਹਾਰਾਜ ਕਿਰਪਾ ਕਰੋ ਘਰ ਵਿੱਚ ਆਪ ਜੀ ਚਰਨ ਪਾਓ। ਜਥਾ ਬਿਦਰ ਕੇ ਗਏ ਨਕੇਤ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਦੁਆਪਰ ਯੁੱਗ ਦੇ ਵਿੱਚ ਇੱਕ ਬਿਦਰ ਨਾਮ ਦਾ ਭਗਤ ਹੈ, ਦਈ ਵਡਾਈ ਪ੍ਰੀਤ ਸਮੇਤ ਭਗਵਾਨ ਕ੍ਰਿਸ਼ਨ ਜੀ ਉਸ ਦੇ ਘਰ ਵਿੱਚ ਗਏ ਸਨ। ਮਹਾਰਾਜ ਮੈਨੂੰ ਵੀ ਬਿਦਰ ਵਰਗਾ ਗਰੀਬ ਜਾਣ ਕੇ, ਦਾਸ ਜਾਣ ਕੇ ਮੇਰੇ ਘਰ ਵਿੱਚ ਚਰਨ ਪਾ ਕੇ ਮੈਨੂੰ ਵਡਿਆਈ ਆਪ ਜੀ ਬਖਸ਼ਿਸ਼ ਕਰੋ। ਪ੍ਰੇਮ ਹਿਰਦੇ ਕੋ ਦੇਖਣ ਕਰੋ। ਮਹਾਰਾਜ ਮੇਰੇ ਹਿਰਦੇ ਦਾ ਪ੍ਰੇਮ ਆਪ ਜੀ ਵੇਖ ਕੇ ਜਾਂ ਤੇ ਦੀਨ ਤਾਂ ਧਾਮ ਪੱਗ ਧਰੋ। ਮਹਾਰਾਜ ਮੈਨੂੰ ਦੀਨ ਜਾਣ ਕੇ, ਗਰੀਬ ਜਾਣ ਕੇ ਮੇਰੇ ਘਰ ਦੇ ਵਿੱਚ ਆਪ ਜੀ ਚਰਨ ਪਾਓ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਇਹ ਭਾਈ ਮੋਹਰੀ ਜੀ ਦੇ ਬਚਨ ਸੁਣੇ ਤੇ ਮਹਾਰਾਜ ਸਾਹਿਬ ਜੀ ਨਾਲ ਚੱਲ ਪਏ। ਕਹਿਣ ਲੱਗੇ ਚਲੋ ਠੀਕ ਹੈ ਕਿ ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਗੁਰਤਾ ਗੱਦੀ ਤੇ ਮਹਾਰਾਜ ਜਦੋਂ ਬੈਠੇ ਉਦੋਂ 18 ਸਾਲ ਦੀ ਉਮਰ ਹੈ। ਅੱਜ ਮਹਾਰਾਜ ਸਾਹਿਬ ਜੀਆਂ ਦੀ ਉਮਰ 39 ਸਾਲ ਦੀ ਹੈ। ਸਤਿਗੁਰੂ ਪਾਤਸ਼ਾਹ ਜੀ ਘਰ ਵਿੱਚ ਗਏ। ਸਤਿਗੁਰਾਂ ਦੀ ਮਾਮੀ ਜੀ ਆ ਕੇ ਮਿਲੇ, ਭਾਈ ਮੋਹਰੀ ਜੀ ਦੇ ਘਰੋਂ ਆ ਕੇ ਮਿਲੇ। ਬੜਾ ਵੈਰਾਗ ਕੀਤਾ ਉਹਨਾਂ ਨੇ ਆ ਕੇ। ਕਹਿਣ ਲੱਗੇ ਸਤਿਗੁਰੂ ਜਦੋਂ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੱਚਖੰਡ ਚਲੇ ਗਏ, ਬੀਬੀ ਭਾਨੀ ਜੀ ਸੱਚਖੰਡ ਚਲੇ ਗਏ, ਤੁਸੀਂ ਤੇ ਸਾਨੂੰ ਵਿਸਾਰ ਹੀ ਦਿੱਤਾ ਹੈ, ਸਾਨੂੰ ਭੁਲਾ ਹੀ ਦਿੱਤਾ ਹੈ। ਕਦੇ ਚੇਤੇ ਹੀ ਨਹੀਂ ਕੀਤਾ, ਕਦੇ ਮਿਲਣ ਵਾਸਤੇ ਨਹੀਂ ਆਏ, ਕਦੇ ਸਾਨੂੰ ਬੁਲਾਇਆ ਨਹੀਂ। ਇਸ ਤਰ੍ਹਾਂ ਦਾ ਉਪਾਲੰਭ ਜਿਹੜਾ ਹੈ ਉਹ ਮਾਮੀ ਜੀ ਨੇ ਸਤਿਗੁਰਾਂ ਨੂੰ ਦਿੱਤਾ। ਮਹਾਰਾਜ ਇਸ ਤਰ੍ਹਾਂ ਨਾ ਕਰੋ, ਸਾਨੂੰ ਚੇਤੇ ਰੱਖੋ, ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ। ਜਦੋਂ ਇਹ ਬਚਨ ਕੀਤੇ ਮਾਮੀ ਜੀ ਦੀਆਂ ਅੱਖਾਂ ਦੇ ਵਿੱਚ ਵੈਰਾਗ ਦਾ ਜਲ ਆ ਗਿਆ, ਅਥਰੂ ਡਿੱਗਣ ਲੱਗ ਪਏ। ਸਤਿਗੁਰਾਂ ਨੇ ਦਿਲਾਸਾ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਹੌਸਲੇ ਵਾਲੇ ਬਚਨ ਦੇ ਕੇ ਉਸ ਵੇਲੇ ਚੁੱਪ ਕਰਾਇਆ। ਆਪਣੇ ਘਰ ਦੇ ਵਿੱਚ ਬਿਠਾ ਕੇ ਜਿਸ ਵੇਲੇ ਸੇਵਾ ਕਰਨ ਲੱਗੇ, ਉਸ ਵੇਲੇ ਬਾਬਾ ਮੋਹਰੀ ਜੀਆਂ ਦੇ ਪੁੱਤਰ ਨੇ ਭਾਈ ਆਨੰਦ ਜੀ, ਜਿਨ੍ਹਾਂ ਦੀ ਬਾਣੀ ਆਪਾਂ ਸਰਵਣ ਕੀਤੀ ਹੈ ਨਾ, ਆਨੰਦ ਸਾਹਿਬ ਬਾਣੀ, ਇਹ ਭਾਈ ਮੋਹਰੀ ਜੀਆਂ ਦੇ ਪੁੱਤਰ ਸਨ। ਇਹ ਵੀ ਇੰਨੇ ਚਿਰ ਨੂੰ ਆ ਗਏ ਜਦੋਂ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਆਏ ਮੱਥਾ ਟੇਕਣ ਵਾਸਤੇ। ਤੇ ਭਾਈ ਆਨੰਦ ਜੀਆਂ ਦੇ ਪੁੱਤਰ ਨੇ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਸੁੰਦਰ ਮੱਲ ਆਇਆ ਹੈ, ਭਾਈ ਸੁੰਦਰ ਜੀ ਆਇਆ ਹੈ, ਭਾਈ ਸੁੰਦਰ ਜੀ ਵੀ ਆ ਗਏ, ਇਹਨਾਂ ਨੇ ਵੀ ਮੱਥਾ ਟੇਕਿਆ। ਜਾਂ ਆਪਾਂ ਕਹਿ ਲਈਏ ਬਾਬਾ ਮੋਹਰੀ ਜੀਆਂ ਦੇ ਪੁੱਤਰ ਭਾਈ ਆਨੰਦ ਜੀ ਤੇ ਬਾਬਾ ਮੋਹਰੀ ਜੀਆਂ ਦੇ ਪੋਤਰੇ ਜਿਹੜੇ ਹਨ ਬਾਬਾ ਸੁੰਦਰ ਜੀ, ਦੋਨਾਂ ਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ। ਮਹਾਰਾਜ ਸਾਹਿਬ ਜੀਆਂ ਦੇ ਕੋਲ ਬੈਠ ਗਏ। ਬੜੇ ਪਿਆਰ ਦੇ ਨਾਲ ਉਸ ਵੇਲੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਤਿਗੁਰਾਂ ਦੇ ਮਾਮੀ ਜੀ ਨੇ ਸਤਿਗੁਰਾਂ ਨੂੰ ਛਕਾਇਆ। ਮਹਾਰਾਜ ਸਾਹਿਬ ਜੀ ਕੁਝ ਸਮਾਂ ਇਹਨਾਂ ਦੇ ਘਰ ਵਿੱਚ ਆਰਾਮ ਕਰਦੇ ਪਏ। ਜਦੋਂ ਆਰਾਮ ਕਰਨ ਤੋਂ ਉਪਰੰਤ ਮਹਾਰਾਜ ਸਾਹਿਬ ਜੀ ਉੱਠੇ। ਬੌਲੀ ਸਾਹਿਬ ਦੇ ਅੰਦਰ ਮਹਾਰਾਜ ਸਾਹਿਬ ਜੀਆਂ ਨੇ ਇਸ਼ਨਾਨ ਕੀਤਾ। ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਬੌਲੀ ਸਾਹਿਬ ਦੇ ਅੰਦਰ ਆਪ ਕਰਨ ਤੋਂ ਉਪਰੰਤ ਉਸ ਵੇਲੇ ਕਹਿਣ ਲੱਗੇ ਬਾਬਾ ਮੋਹਰੀ ਜੀਆਂ ਨੂੰ, ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡੇ ਪਿਤਾ ਜੀ ਦਾ ਦਿਉਰਾ ਵੀ ਇੱਥੇ ਬਣਿਆ ਹੋਇਆ ਹੈ, ਸਾਡੀ ਮਾਤਾ ਸਾਹਿਬ ਜੀ ਮਾਤਾ ਭਾਨੀ ਜੀ ਦਾ ਦਿਉਰਾ ਵੀ ਇੱਥੇ ਬਣਿਆ ਹੋਇਆ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਵੀ ਦਿਉਰਾ ਸਾਹਿਬ ਇੱਥੇ ਬਣਿਆ ਹੈ, ਜਿੱਥੇ ਉਹਨਾਂ ਦੇ ਅੰਤਮ ਸੰਸਕਾਰ ਕੀਤੇ ਗਏ। ਅਸੀਂ ਉਸ ਸਥਾਨ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਭਾਈ ਮੋਹਰੀ ਜੀ ਸਤਿਗੁਰਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਦੇ ਉੱਪਰ ਚਲੇ ਗਏ ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਅਤੇ ਧੰਨ ਮਾਤਾ ਸਾਹਿਬ ਮਾਤਾ ਭਾਨੀ ਜੀਆਂ ਦਾ ਅੰਤਮ ਸੰਸਕਾਰ ਕੀਤਾ ਗਿਆ। ਬਿਆਸ ਦਰਿਆ ਦੇ ਕਿਨਾਰੇ ਦੇ ਉੱਪਰ ਸਤਿਗੁਰੂ ਉੱਥੇ ਪਹੁੰਚੇ। ਆਪਣੇ ਵੱਡਿਆਂ ਦੇ ਸਥਾਨ ਦੇ ਜਾ ਕੇ ਸਤਿਗੁਰਾਂ ਨੇ ਦਰਸ਼ਨ ਕੀਤੇ, ਪਰਿਕਰਮਾ ਕੀਤੀਆਂ। ਚਰਨ ਧੂੜ ਮੱਥੇ ਨੂੰ ਲਾ ਕੇ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਕੜਾਹ ਪ੍ਰਸਾਦ ਦੀਆਂ ਦੇਗਾਂ ਤਿਆਰ ਕਰਵਾਈਆਂ। ਭੋਗ ਲਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਵਰਤਾਈ ਗਈ ਹੈ। ਇਹ ਕੌਤਕ ਕਰਨ ਤੋਂ ਬਾਅਦ ਵਿੱਚ ਸਤਿਗੁਰਾਂ ਦੇ ਕੋਲ ਭਾਈ ਸੁੰਦਰ ਜੀ ਬੈਠੇ ਸਨ। ਮਹਾਰਾਜ ਸਾਹਿਬ ਜੀਆਂ ਨੇ ਉਹਨਾਂ ਨੂੰ ਦੇਖ ਕੇ ਆਖਿਆ, ਕਹਿਣ ਲੱਗੇ ਸ੍ਰੇਸ਼ਟ ਮੱਤ ਵਾਲਿਓ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਡੇ ਪਿਤਾ ਨੂੰ ਗੁਰਤਾ ਗੱਦੀ ਦਾ ਤਿਲਕ ਜਿਹੜਾ ਸੀ ਉਹ ਬਖਸ਼ਿਸ਼ ਕੀਤਾ ਸੀ। ਜਿਹੜੇ ਅੰਤ ਸਮੇਂ ਬਚਨ ਕਹਿ ਗੁਰੂ ਅਮਰਦਾਸ ਪਾਤਸ਼ਾਹ ਨੇ, ਉਹ ਬਚਨ ਸਾਨੂੰ ਸੁਣਾਓ। ਗੁਰਮੁਖੋ, ਇਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤੇ ਇਹ ਹੈ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਰੀਰ ਛੱਡਿਆ, ਉਸ ਵੇਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ 10-11 ਸਾਲ ਦੇ ਸਨ ਤੇ ਮਹਾਰਾਜ ਵੀ ਕੋਲ ਹੀ ਸਨ ਉਸ ਵੇਲੇ ਜਦੋਂ ਨਾਨਾ ਸਤਿਗੁਰੂ ਨੇ ਸਰੀਰ ਛੱਡਿਆ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਉਦੋਂ ਗੋਇੰਦਵਾਲ ਦੇ ਵਿੱਚ ਹੀ ਸਨ। ਪਰ 10-11 ਸਾਲ ਦੇ ਬੱਚੇ ਨੂੰ ਕੋਈ ਬਹੁਤੀ ਸਰੀਰ ਕਰਕੇ ਸਮਝ ਨਹੀਂ ਹੁੰਦੀ ਹੈ, ਕੋਈ ਬਚਨ ਚੇਤੇ ਨਹੀਂ ਰਹਿੰਦੇ, ਕਿਉਂਕਿ ਬਚਪਨ ਵਾਲਾ ਸੁਭਾਅ ਹੁੰਦਾ ਹੈ। ਤੇ ਬਾਬਾ ਸੁੰਦਰ ਜੀ ਉਸ ਵੇਲੇ ਜਿਹੜੇ ਸਨ, ਇਹ 18 ਸਾਲ ਦੀ ਉਮਰ ਦੇ ਸਨ, ਕਿਉਂਕਿ ਮਹਾਰਾਜ ਨਾਲੋਂ 6 ਸਾਲ ਉਮਰ ਵਿੱਚ ਵੱਡੇ ਸਨ। ਇਹ ਜਵਾਨ ਸਨ, ਸਮਝ ਰੱਖਦੇ ਸਨ। ਜਿਹੜੇ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਖੇ, ਉਹ ਸਾਰੇ ਬਾਬਾ ਸੁੰਦਰ ਜੀਆਂ ਨੂੰ ਚੇਤੇ ਹਨ। ਇੱਕ ਤੇ ਕਾਰਨ ਇਹ ਹੈ ਕਿ ਸਤਿਗੁਰਾਂ ਦੀ ਉਮਰਾਂ ਛੋਟੀ ਹੈ, ਬਚਪਨ ਵਾਲੇ ਬਚਨ ਚੇਤੇ ਨਹੀਂ ਤੇ ਤਾਂ ਸੇਵਾ ਲੈਂਦੇ ਪਏ। ਦੂਜਾ ਬਚਨ ਵਿਦਵਾਨਾਂ ਨੇ ਇਹ ਲਿਖਿਆ ਕਿ ਮਹਾਰਾਜ ਜੀ ਅੰਤਰਜਾਮੀ ਨੇ, ਜੋ ਚਾਹਣ ਉਹ ਕਰ ਸਕਦੇ, ਸਮਰੱਥ ਨੇ। ਪਰ ਸਤਿਗੁਰੂ ਜੀ ਇਹ ਜਿਹੜੀ ਵਡਿਆਈ ਹੈ, ਇਹ ਭੱਲਿਆਂ ਦੇ ਸਾਹਿਬਜ਼ਾਦਿਆਂ ਨੂੰ ਦਿੰਦੇ ਪਏ, ਕਿਉਂਕਿ ਭੱਲਿਆਂ ਦੀ ਕੁਲ ਹੈ ਨਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ। ਤੇ ਭੱਲਿਆਂ ਦੇ ਕੁਲ ਦੇ ਜਿਹੜੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਮਹਾਰਾਜ ਵਡਿਆਈ ਵੀ ਦੇਣੀ ਚਾਹੁੰਦੇ। ਉਹਨਾਂ ਦੇ ਮੁਖੋਂ ਇਹ ਸਿਫਤ ਜਿਹੜੀ ਹੈ ਉਹ ਸਤਿਗੁਰੂ ਕਢਵਾਉਣਾ ਚਾਹੁੰਦੇ ਔਰ ਗੁਰਬਾਣੀ ਵਿੱਚ ਲਿਖਣਾ ਚਾਹੁੰਦੇ। ਇਹ ਦੂਜਾ ਕਾਰਨ ਵਿਦਵਾਨਾਂ ਨੇ ਲਿਖਿਆ ਹੈ। ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ, ਨਿਕਟ ਦੇਖ ਸੁੰਦਰ ਕੋ ਕਹਿਓ। ਭਾਈ ਸੁੰਦਰ ਜੀ ਜੋ ਬਾਬਾ ਮੋਹਰੀ ਜੀਆਂ ਦੇ ਪੋਤਰੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਪੜਪੋਤਰੇ ਨੇ, ਬੈਠੇ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ। ਹੋ ਸ਼ੁਭ ਮਤ ਤੁਮ ਸਭ ਕਿਛ ਲਹਿਓ। ਸਤਿਗੁਰਾਂ ਨੇ ਵੇਖਿਆ, ਬਾਬਾ ਸੁੰਦਰ ਜੀ ਵੱਲ ਕਹਿਣ ਲੱਗੇ, ਹੇ ਸ਼ੁਭ ਮਤੀ, ਤੁਸੀਂ ਸਭ ਕੁਝ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਵੇਂ ਸਰੀਰ ਛੱਡਿਆ, ਕਿਹੜੇ ਬਚਨ ਉਹਨਾਂ ਨੇ ਆਖੇ। ਸ੍ਰੀ ਗੁਰ ਅਮਰਦਾਸ ਜਿਸ ਭਾਂਤੀ ਗੁਰਤਾ ਤਿਲਕ ਦੀਨ ਸੁਖ ਸ਼ਾਂਤੀ। ਜਿਵੇਂ ਸਾਡੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਮਿਲਿਆ, ਇਹ ਸਾਰਾ ਕੁਝ ਤੁਸੀਂ ਵੇਖਿਆ ਆਪਣੀਆਂ ਅੱਖਾਂ ਦੇ ਨਾਲ। ਗਏ ਭੈ ਗੁਰੂ ਭੈ ਜਿਵੇਂ ਪਿਤਾ ਹਮਾਰੇ। ਜਿਵੇਂ ਸਾਡੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠ ਕੇ ਗੁਰੂ ਬਣੇ, ਸੋ ਬਣਾਏ ਅਬ ਕਰੋ ਉਚਾਰੇ। ਉਹ ਸਾਰਾ ਬਚਨ ਸਾਨੂੰ ਸੁਣਾਓ ਵੀ ਕੀ ਉਸ ਵੇਲੇ ਹੋਇਆ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਰੀਰ ਛੱਡਿਆ। ਉਦੋਂ ਕਿਹੜੇ ਬਚਨ ਆਖੇ ਸਨ। ਸਾਡੇ ਪਿਤਾ ਗੁਰੂ ਰਾਮਦਾਸ ਜੀਆਂ ਨੂੰ ਗੁਰਤਾ ਗੱਦੀ ਕਿਵੇਂ ਮਿਲੀ, ਮਹਾਰਾਜ ਗੁਰਤਾ ਗੱਦੀ ਤੇ ਕਿਵੇਂ ਬੈਠੇ, ਬੈਠਣ ਵੇਲੇ ਕਿਹੜੇ ਬਚਨ ਹੋਏ, ਉਹ ਵੀ ਬਚਨ ਸਾਨੂੰ ਸੁਣਾਉਣਾ ਕਰੋ। ਸੁਣ ਸੁੰਦਰ ਨੇ ਸੱਦ ਬਣਾਵਾ। ਭਾਈ ਸੁੰਦਰ ਜੀਆਂ ਨੇ ਜਦੋਂ ਸੁਣਿਆ ਨਾ ਇਹ ਬਚਨ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਖਸ਼ਿਸ਼ ਦੇ ਰੂਪ ਦੇ ਵਿੱਚ ਹੱਥ ਜੋੜ ਕੇ ਆਖਿਆ, ਮਹਾਰਾਜ ਜੇ ਤੁਹਾਡੀ ਆਗਿਆ ਹੈ ਤੇ ਫਿਰ ਅਸੀਂ ਉਹ ਸਾਰਾ ਪ੍ਰਸੰਗ ਤੁਹਾਨੂੰ ਸੁਣਾਉਂਦੇ ਹਾਂ। ਜਿਹੜੇ ਬਚਨ ਉਸ ਵੇਲੇ ਹੋਏ, ਉਹਨਾਂ ਬਚਨਾਂ ਨੂੰ ਭਾਈ ਸੁੰਦਰ ਜੀਆਂ ਨੇ ਸੱਦ ਦਾ ਨਾਮ ਦਿੱਤਾ। ਸੱਦ ਨਾਮ ਹੈ ਜਸ ਦਾ। ਇਹ ਜਸ ਰੂਪੀ ਜਿਹੜੀ ਬਾਣੀ ਹੈ, ਬਾਬਾ ਸੁੰਦਰ ਜੀ ਕਹਿੰਦੇ ਪਏ, ਸ੍ਰੀ ਅਰਜਨ ਕੋ ਸਕਲ ਸੁਨਾਵਾ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਭਾਈ ਸੁੰਦਰ ਜੀਆਂ ਨੇ ਸਾਰੇ ਬਚਨ ਸੱਦ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੁਣਾਏ। ਗੁਰਮੁਖੋ, ਬਚਨ ਇਹ ਹੈ, ਇਹ ਜਿਹੜੇ ਅੱਖਰ ਲਿਖੇ ਨੇ, ਇਹ ਅੱਖਰਾਂ ਦੀ ਵਿਉਂਤਬੰਦੀ ਜਿਹੜੀ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਣਾਈ ਹੈ। ਜਿਹੜੀਆਂ ਗੱਲਾਂ ਉਸ ਵੇਲੇ ਦਸੀਆਂ, ਉਹ ਬਾਬਾ ਸੁੰਦਰ ਜੀ ਨੇ ਦਸੀਆਂ ਹਨ। ਇਸ ਕਰਕੇ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਸਤਿਗੁਰਾਂ ਨੇ ਲਿਖਿਆ ਹੈ। ਐਸੀ ਇਹ ਬਾਣੀ ਮਹਾਰਾਜ ਸਾਹਿਬ ਜੀ ਜੋ ਸਾਨੂੰ ਬਖਸ਼ਿਸ਼ ਕਰਦੇ ਪਏ, ਪਾਤਸ਼ਾਹ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਸਦ। ਗੁਰਮੁਖੋ, ਸਦ ਨਾਮ ਦਾ ਇਹ ਸਰਲੇਖ ਹੈ। ਇਹ ਸਰਲੇਖ ਦੇ ਹੇਠ ਮਹਾਰਾਜ ਬਾਣੀ ਰਚਦੇ ਪਏ। ਸਦ ਸਰਲੇਖ ਦੇ ਹੇਠ ਇਹ ਬਾਣੀ ਰਚੀ ਹੈ। ਤੇ ਸਦ ਦਾ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਹੈ, ਸਦ ਨਾਮ ਗੁਰਮੁਖੋ ਸੱਦੇ ਦਾ ਹੈ। ਇਹ ਦੂਜਾ ਅਰਥ ਹੈ। ਸਦ ਨਾਮ ਸੱਦਾ। ਸੱਦਾ ਵੀ ਕਿਹੜਾ? ਅੰਤ ਵੇਲੇ ਦਾ ਸੱਦਾ। ਜਦੋਂ ਪਰਮੇਸ਼ਰ ਸੱਦਾ ਘੱਲਦਾ ਵੀ ਆ ਜਾ ਭਾਈ, ਹੁਣ ਸਾਡੇ ਕੋਲ ਆ ਜਾਣਾ ਕਰ। ਜਿਹੜਾ ਅੰਤ ਵੇਲੇ ਦਾ ਸੱਦਾ ਹੈ, ਸੋ ਉਸ ਨੂੰ ਕਿਹਾ ਜਾਂਦਾ ਸਦ। ਇਹ ਦੂਜਾ ਵਿਦਵਾਨਾਂ ਨੇ ਅਰਥ ਕੀਤਾ ਹੈ। ਵਿਦਵਾਨਾਂ ਨੇ ਸਦ ਦਾ ਤੀਜਾ ਅਰਥ ਇਹ ਕੀਤਾ ਹੈ,
ਸੋ ਗੁਰਮੁਖੋ ਸਦ ਨਾਮ ਛੰਦ ਦੀ ਚਾਲ ਦਾ ਨਾਮ ਹੈ, ਵੀ ਇਸ ਨੂੰ ਛੰਦ ਦੀ ਚਾਲ ਦੇ ਮੁਤਾਬਕ ਪੜ੍ਹਨਾ ਹੈ। ਛੰਦ ਜਿਹੜੇ ਨੇ ਅਨੇਕ ਤਰ੍ਹਾਂ ਦੇ ਹੋਇਆ ਕਰਦੇ, ਅਨੇਕ ਤਰ੍ਹਾਂ ਦੇ ਛੰਦਾਂ ਦੇ ਰੂਪ ਨੇ। ਮਹਾਰਾਜ ਸਾਹਿਬ ਜੀਆਂ ਨੇ ਕਿਰਪਾ ਕਰਕੇ ਇਸ ਸਦ ਨੂੰ ਸਦ ਹੁਲਾਸ ਨਾਮ ਦਾ ਜਿਹੜਾ ਛੰਦ ਹੈ ਉਹਦੇ ਮੁਤਾਬਕ ਇਹ ਬਚਨ ਪੜ੍ਹਨ ਵਾਸਤੇ ਮਹਾਰਾਜ ਸਾਹਿਬ ਜੀਆਂ ਨੇ ਮਿਲਦਾ ਜੁਲਦਾ ਇਹ ਛੰਦ ਉਚਾਰਿਆ ਹੈ, ਸਦ ਉਚਾਰਿਆ ਹੈ। ਗੁਰਮੁਖੋ ਇਸੇ ਤਰ੍ਹਾਂ ਦਾ ਸਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਚਾਰਿਆ ਹੈ ਦਸਮ ਗ੍ਰੰਥ ਦੇ ਅੰਦਰ। ਜਿਵੇਂ ਦਾ ਸਦ ਇੱਥੇ ਭਾਈ ਸੁੰਦਰ ਜੀ ਨੇ ਬਿਆਨ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਿਆ, ਇਵੇਂ ਦਾ ਸਦ ਦਸਵੇਂ ਪਾਤਸ਼ਾਹ ਨੇ ਵੀ ਉਚਾਰਿਆ ਹੈ। ਵਿਦਵਾਨਾਂ ਦਾ ਬਚਨ ਹੈ, ਜਿਸ ਵੇਲੇ ਮਹਾਰਾਜ ਸਾਹਿਬ ਜੀ ਮੁਕਤਸਰ ਸਾਹਿਬ ਦਾ ਜੰਗ ਕੀਤਾ ਨਾ ਮਹਾਰਾਜ ਜੀਆਂ ਨੇ, 40 ਮੁਕਤਿਆਂ ਦੀਆਂ ਸ਼ਹੀਦੀਆਂ ਹੋਈਆਂ, ਮਹਾਰਾਜ ਜੀਆਂ ਨੇ ਵਰ ਬਖਸ਼ਿਸ਼ ਕੀਤੇ ਤੇ ਸਤਿਗੁਰੂ ਫਿਰ ਇੱਥੋਂ ਅੱਗੇ ਨੂੰ ਚੱਲ ਪਏ। ਵਿਦਵਾਨ ਕਹਿੰਦੇ ਨੇ ਉਸ ਵੇਲੇ ਮਹਾਰਾਜ ਸਾਹਿਬ ਜੀ ਦੇ ਨਾਲ ਕੋਈ ਬਹੁਤੇ ਸਿੰਘ ਨਹੀਂ, ਸਤਿਗੁਰੂ ਦੇ ਨਾਲ 1-2 ਹੀ ਸਿੱਖ ਹਨ। ਉਸ ਵੇਲੇ ਪੋਠੋਹਾਰ ਦੀ ਸੰਗਤ ਨੇ ਵਿਚਾਰ ਕੀਤੀ ਕਿ ਮਹਾਰਾਜ ਸਾਹਿਬ ਜੀ ਇਕੱਲੇ ਤੁਰੇ ਜਾ ਰਹੇ ਨੇ, ਇਹਨਾਂ ਦੇ ਨਾਲ ਆਪਾਂ ਨੂੰ ਜਾਣਾ ਚਾਹੀਦਾ ਹੈ। ਪੋਠੋਹਾਰ ਦੀ ਸੰਗਤ ਮਿਲ ਕੇ, ਜਿਨ੍ਹਾਂ ਦੀ ਗਿਣਤੀ ਤਕਰੀਬਨ 1 ਲੱਖ ਦੇ ਲਗਭਗ ਹੈ, ਇਹ ਸਾਰੀ ਸੰਗਤ ਇਕੱਠੀ ਹੋ ਕੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਆ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਜਦੋਂ ਸੰਗਤ 1 ਲੱਖ ਮਿਲੀ ਹੈ, ਮਹਾਰਾਜ ਜੀਆਂ ਨੇ ਇਸ ਜੰਗਲ ਦਾ ਨਾਮ ਵੀ ਰੱਖ ਦਿੱਤਾ ਲੱਖੀ ਜੰਗਲ। ਆਪਾਂ ਬਚਨ ਪੜ੍ਹਦੇ ਨਾ, ਲੱਖੀ ਜੰਗਲ ਖਾਲਸਾ ਆਏ ਕੀਤੋ ਦੀਦਾਰ। ਉਹ ਲੱਖੀ ਜੰਗਲ ਤਾਂ ਕਿਉਂਕਿ 1 ਲੱਖ ਸੰਗਤ ਮੁਕਤਸਰ ਸਾਹਿਬ ਦੇ ਜੰਗ ਤੋਂ ਬਾਅਦ ਵਿੱਚ ਸਤਿਗੁਰਾਂ ਦੇ ਕੋਲ ਆ ਕੇ ਪਹੁੰਚੀ। ਸਤਿਗੁਰਾਂ ਨੇ ਖੁਸ਼ ਹੋ ਕੇ ਆਖਿਆ, ਕਹਿਣ ਲੱਗੇ ਭਾਈ ਇਹਦਾ ਨਾਮ ਅੱਜ ਤੋਂ ਬਾਅਦ ਲੱਖੀ ਜੰਗਲ ਹੋਇਆ ਕਰੇਗਾ। ਵਿਦਵਾਨਾਂ ਦੀ ਇੱਕ ਹੋਰ ਵੀ ਵਿਚਾਰ ਹੈ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਇਸ ਲੱਖੀ ਜੰਗਲ ਦੇ ਵਿੱਚ ਚਰਨ ਪਾਏ ਔਰ ਗੁਰੂ ਨਾਨਕ ਸਾਹਿਬ ਜੀਆਂ ਨੇ 1 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਇਸ ਲੱਖੀ ਜੰਗਲ ਦੇ ਅੰਦਰ ਮਹਾਰਾਜ ਜੀਆਂ ਨੇ ਆਪ ਕੀਤਾ, ਤਾਂ ਕਰਕੇ ਇਸ ਨੂੰ ਲੱਖੀ ਜੰਗਲ ਕਿਹਾ ਜਾਂਦਾ ਹੈ। ਇਹ 2 ਵਿਚਾਰਾਂ ਨੇ ਵਿਦਵਾਨਾਂ ਦੀਆਂ। ਇੱਕ ਦੀ ਵਿਚਾਰ ਇਹ ਹੈ ਵੀ ਗੁਰੂ ਨਾਨਕ ਸਾਹਿਬ ਜੀਆਂ ਨੇ ਇੱਥੇ ਚਰਨ ਬਖਸ਼ਿਸ਼ ਕੀਤੇ, 1 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਮੁਖੋਂ ਬਖਸ਼ਿਸ਼ ਕੀਤਾ ਇੱਥੇ ਰਹਿ ਕੇ ਮਹਾਰਾਜ ਸਾਹਿਬ ਜੀਆਂ ਨੇ, ਔਰ ਤਾਂ ਇਸ ਧਰਤੀ ਦਾ ਨਾਮ ਲੱਖੀ ਜੰਗਲ ਹੈ। ਦੂਜਿਆਂ ਦੀ ਵਿਚਾਰ ਇਹ ਵੀ ਹੈ ਕਿ ਸਤਿਗੁਰੂ ਜੀ ਮੁਕਤਸਰ ਸਾਹਿਬ ਦਾ ਜੰਗ ਕਰਨ ਤੋਂ ਬਾਅਦ ਵਿੱਚ ਜਦੋਂ ਅੱਗੇ ਜਾ ਰਹੇ ਸਨ, ਪੋਠੋਹਾਰ ਦੀ ਸੰਗਤ ਜਿਹੜੀ ਹੈ ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੂੰ ਆ ਕੇ ਮਿਲੀ ਹੈ, ਉਹਨਾਂ ਦੀ ਗਿਣਤੀ 1 ਲੱਖ ਦੇ ਲਗਭਗ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਇਹ ਬਾਰ-ਬਾਰ ਆਏ ਨੇ ਬਖਸ਼ਿਆ ਵੀ ਇਹ ਲੱਖੀ ਜੰਗਲ ਹੋਵੇਗਾ। ਤੇ ਸਤਿਗੁਰਾਂ ਨੇ ਉਸ ਵੇਲੇ ਬਚਨ ਵੀ ਲਿਖਿਆ ਹੈ, ਲੱਖੀ ਜੰਗਲ ਖਾਲਸਾ ਆਦ ਦਿਦਾਰ ਦਿੱਤੋ ਨੇ, ਕਿ ਲੱਖੀ ਜੰਗਲ ਦੇ ਵਿੱਚ ਖਾਲਸੇ ਨੇ ਆ ਕੇ ਦਿਦਾਰ ਦਿੱਤਾ। ਅੱਗੇ ਬਚਨ ਲਿਖਿਆ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਣ ਮੁੱਤੋ ਨੇ। ਗੁਰਮੁਖੋ ਮੇਹੀ ਨਾਮ ਮੱਝਾਂ ਦਾ ਹੈ। ਜਿਵੇਂ ਮੱਝਾਂ ਕਹਿੰਦੇ ਮਹੀਆਂ ਆਪਣੇ ਪਿਆਰੇ ਦਾ ਬੋਲ ਸੁਣ ਕੇ ਘਾਹ ਤੇ ਪਾਣੀ ਪੀਣਾ ਬੰਦ ਕਰ ਦਿੰਦੀਆਂ, ਇਸ ਤਰ੍ਹਾਂ ਦਾ ਪ੍ਰੇਮ ਹੈ। ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਦੋਂ ਰਾਂਝਾ ਨਾਮ ਦਾ ਵਿਅਕਤੀ ਬਾਂਸਰੀ ਵਜਾਉਂਦਾ ਹੈ ਨਾ, ਤੇ ਮੱਝਾਂ ਜਿਹੜੀਆਂ ਸਨ ਘਾਹ ਛੱਡ ਕੇ ਤੇ ਉਹਦੇ ਮਗਰ ਹੋ ਕੇ ਚੱਲ ਪੈਂਦੀਆਂ। ਐਸਾ ਮੱਝਾਂ ਦਾ ਪ੍ਰੇਮ ਇਸ ਰਾਂਝੇ ਦੇ ਨਾਲ ਬਣ ਗਿਆ। ਇਸ ਤਰ੍ਹਾਂ ਦੀ ਵਿਦਵਾਨਾਂ ਨੇ ਆਪਣੀ ਆਪਣੀ ਵਿਚਾਰ ਦਿੱਤੀ ਹੈ ਕਿ ਰਾਂਝੇ ਦੇ ਨਾਲ ਮਈਆਂ ਇੰਨਾ ਪਿਆਰ ਕਰਦੀਆਂ ਜਦੋਂ ਉਹ ਬਾਂਸਰੀ ਵਜਾਉਂਦਾ ਹੈ। ਸੋ ਕਹਿਣ ਲੱਗੇ ਉਸ ਵੇਲੇ ਉਹਦਾ ਪਿਆਰਾ ਸ਼ਬਦ ਸੁਣ ਕੇ ਮੱਝਾਂ ਜਿਹੜੀਆਂ ਸਨ ਘਾਹ ਖਾਣਾ ਤੇ ਪਾਣੀ ਪੀਣਾ ਬੰਦ ਕਰਕੇ ਉਹਦੇ ਮਗਰ ਚੱਲ ਪੈਂਦੀਆਂ। ਸਤਿਗੁਰੂ ਬਚਨ ਕਰਦੇ ਪਏ, ਕਹਿਣ ਲੱਗੇ ਸੁਣ ਕੇ ਸਦ ਮਾਹੀ ਦਾ, ਮਾਹੀ ਨਾਮ ਪਿਆਰੇ ਦਾ, ਪਿਆਰੇ ਦਾ ਸੱਦਾ ਸੁਣ ਕੇ ਇਹ ਸੰਗਤ ਰੂਪੀ ਜਿਹੜੀਆਂ ਮਹੀਆਂ ਹਨ ਇਹਨਾਂ ਨੇ ਛਕਣ ਦਾ ਅਤੇ ਪੀਣ ਦਾ ਸੁਭਾਅ ਹੀ ਛੱਡ ਦਿੱਤਾ ਹੈ। ਪਦਾਰਥਾਂ ਨੂੰ ਖਾਣ ਦਾ, ਪਦਾਰਥਾਂ ਨੂੰ ਇਕੱਠੇ ਕਰਨ ਦਾ ਸੁਭਾਅ ਛੱਡ ਦਿੱਤਾ। ਇਸ ਤਰ੍ਹਾਂ ਦੀ ਬਖਸ਼ਿਸ਼ ਹੋਈ ਹੈ। ਕਿਸ ਹੀ ਨਾਲ ਨਾ ਰਲੀਆ ਕਾਈ ਕੋਈ ਜੋ ਸ਼ੌਕ ਪੀਓ ਨੇ। ਕਹਿਣ ਲੱਗੇ ਜਿਸ ਵੇਲੇ ਪੀਓ ਨਾਮ ਹੈ ਪਿਆਰੇ ਦਾ, ਜਿਸ ਵੇਲੇ ਪਿਆਰੇ ਦਾ ਸ਼ੌਂਕ ਮਨ ਦੇ ਵਿੱਚ ਪਿਆ ਤੇ ਕਹਿਣ ਲੱਗੇ ਕੋਈ ਵੀ ਕਿਸੇ ਦੇ ਨਾਲ ਉਸ ਵੇਲੇ ਰਲਦਾ ਨਹੀਂ ਹੈ। ਗਿਆ ਫਿਕਾਰ ਮਿਲਾ ਮਿਤ ਮਾਹੀ
ਤਾਹੀ ਸ਼ੁਕਰ ਕੀਤੋ ਨੇ। ਇਹ 10ਵੇਂ ਪਾਤਸ਼ਾਹ ਨੇ ਲਿਖਿਆ। ਮਹਾਰਾਜ ਕਹਿਣ ਲੱਗੇ ਜਿਸ ਵੇਲੇ ਉਸ ਪਿਆਰੇ ਦਾ ਸਦਾ ਆ ਕੇ ਪ੍ਰਾਪਤ ਹੋਇਆ ਤੇ ਫਿਰ ਫਿਰਾਕ ਨਾਮ ਵਿਛੋੜੇ ਦਾ ਹੈ। ਸਾਰਿਆਂ ਦਾ ਵਿਛੋੜੇ ਦਾ ਫਿਕਰ ਚਲਾ ਗਿਆ, ਸਾਰਿਆਂ ਨੇ ਸ਼ੁਕਰ ਕੀਤਾ। ਇਸ ਤਰ੍ਹਾਂ ਦਾ ਸੱਦ ਜਿਹੜਾ ਹੈ ਉਹ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 10ਮ ਗ੍ਰੰਥ ਦੇ ਅੰਦਰ ਵੀ ਉਚਾਰਿਆ ਹੈ। ਲੱਖੀ ਜੰਗਲ ਦੇ ਅੰਦਰ ਇੱਕ ਸੱਦ ਭਾਈ ਸੁੰਦਰ ਜੀ ਨੇ ਉਚਾਰਿਆ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਤੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਓੰਕਾਰ ਜੋ ਪਰਮਾਤਮਾ ਹੈ, ਨਿਰੰਕਾਰ ਹੈ, ਪਰਮੇਸ਼ਰ ਹੈ, ਉਹ ਭਾਈ ਇੱਕ ਹੈ। ਉਸ ਇੱਕ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਸੋ ਇਹ ਬਾਣੀ ਮਹਾਰਾਜ ਸਾਹਿਬ ਜੀ, ਬਾਣੀ ਦਾ ਨਾਮ ਹੈ ਗੁਰਮੁਖੋ ਸਦ। ਸਦ ਨਾਮ ਹੈ ਸੱਦੇ ਦਾ, ਜਿਹੜਾ ਅੰਤ ਵੇਲੇ ਦਾ ਸਦਾ ਹੋਵੇ। ਇਹ ਬਾਣੀ ਭਾਈ ਸੁੰਦਰ ਜੀ ਆਪਣੇ ਮੂੰਹੋਂ ਕਹਿੰਦੇ ਪਏ। ਇਹਨੂੰ ਅਖਰੀ ਜਿਹੜਾ ਜਾਮਾ ਹੈ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪਹਿਨਾਇਆ ਹੈ। ਅੱਖਰਾਂ ਦੀ ਵਿਉਂਤਬੰਦੀ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਣਾ ਕੇ ਭਾਈ ਸੁੰਦਰ ਜੀ ਦੇ ਮੁਖੋਂ ਬਚਨ ਕਰਦੇ ਹਨ। ਜਗ ਦਾਤਾ ਸੋਏ ਭਗਤ ਵਛਲ ਤਿਹੋ ਲੋਏ ਜਿਉ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਆਇਆ ਹਕਾਰਾ। ਬਚਨ ਗੁਰਬਾਣੀ ਦਾ ਜਿਸ ਵੇਲੇ ਗੁਰੂ ਪਾਤਸ਼ਾਹ ਨੂੰ ਹਕਾਰਾ ਕਹੀਏ ਸਦਾ ਆਇਆ। ਹਕਾਰਾ ਤੋਂ ਭਾਵ ਹਾਕ ਮਾਰਨੀ, ਬੁਲਾਉਣਾ। ਕਹਿਣ ਲੱਗੇ ਆਇਆ ਹਕਾਰਾ। ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਹਕਾਰਾ ਸਦਾ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਪੁੱਛਦੇ ਪਏ ਨਾ ਭਾਈ ਸੁੰਦਰ ਜੀ ਨੂੰ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਰੀਰ ਕਿਵੇਂ ਛੱਡਿਆ ਹੈ, ਉਦੋਂ ਕਿਹੜੇ ਬਚਨ ਆਖੇ ਸਨ। ਸਾਡੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਕਿਵੇਂ ਮਿਲੀ ਹੈ, ਉਦੋਂ ਕਿਹੜੇ ਬਚਨ ਹੋਏ ਸਨ। ਉਹ ਸਾਰਾ ਸਾਨੂੰ ਇਤਿਹਾਸ ਸੁਣਾਓ, ਬਚਨ ਸੁਣਾਓ। ਤੇ ਫਿਰ ਬਾਬਾ ਸੁੰਦਰ ਜੀ ਇੱਥੋਂ ਸ਼ੁਰੂ ਕਰਦੇ, ਕਹਿਣ ਲੱਗੇ ਆਇਆ ਹਕਾਰਾ। ਹਕਾਰਾ ਕਹੀਏ ਸਦਾ ਜਿਸ ਵੇਲੇ ਆਇਆ, ਸਦਾ ਕਿਹਦਾ ਆਇਆ ਹੈ ਤੇ ਪਹਿਲੀ ਪੰਕਤੀ ਵਿੱਚ ਫਰਮਾਉਂਦੇ ਹਨ ਜਗ ਦਾਤਾ ਸੋਏ ਭਗਤ ਵਛਲ ਤਿਹੋ ਲੋਏ ਜਿਉ। ਕਹਿਣ ਲੱਗੇ ਜੋ ਜਗ ਦਾ ਦਾਤਾ ਪਰਮੇਸ਼ਰ ਹੈ ਅਤੇ ਇਸੇ ਤਰ੍ਹਾਂ ਜੋ ਤਿੰਨਾਂ ਲੋਕਾਂ ਨੂੰ ਦਾਤ ਦਿੰਦਾ ਪਿਆ ਹੈ, ਪਦਾਰਥਾਂ ਦੇ ਛਕਣ ਦੀ, ਵਸਤਰਾਂ ਦੇ ਪਹਿਨਣ ਦੀ ਅਤੇ ਸਰੀਰ ਦੇ ਸੁੱਖ ਦੀ ਜਿਸ ਨੇ ਦਾਤ ਦਿੱਤੀ ਹੈ, ਉਹ ਹੈ ਜਗ ਦਾਤਾ। ਜਗਤ ਦਾ ਦਾਤਾ ਪਰਮੇਸ਼ਰ ਜੋ ਤਿੰਨਾਂ ਲੋਕਾਂ ਦਾ ਮਾਲਕ ਹੈ। ਕਹਿਣ ਲੱਗੇ ਸੋਏ, ਉਸ ਦੀ ਸੋਏ ਕਹੀਏ ਸੋਭਾ ਹੋ ਰਹੀ ਹੈ। ਭਗਤ ਵਛਲ, ਉਹ ਭਗਤਾਂ ਦਾ ਪਿਆਰਾ ਹੈ। ਪਰਮਾਤਮਾ ਕੈਸਾ ਹੈ, ਉਹ ਭਗਤਾਂ ਦਾ ਪਿਆਰਾ ਹੈ, ਭਗਤਾਂ ਨੂੰ ਪਿਆਰ ਕਰਨ ਵਾਲਾ ਹੈ। ਤਿਹੋ ਲੋਏ ਜੀਓ, ਅਤੇ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਉਹ ਪਾਲਣ ਵਾਲਾ ਹੈ। ਜਗਤ ਦਾ ਦਾਤਾ ਹੈ, ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਹੈ, ਉਹ ਭਗਤਾਂ ਦਾ ਪਿਆਰਾ ਹੈ। ਆਇਆ ਹਕਾਰਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਪਰਮਾਤਮਾ ਦਾ ਹਕਾਰਾ ਕਹੀਏ ਸਦਾ ਆਇਆ, ਜਿਸ ਵੇਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਈ ਜਿਉ। ਉਸ ਵੇਲੇ ਗੁਰੂ ਸ਼ਬਦ ਵਿਖੇ ਸਮਾਨ ਕਰਕੇ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸ਼ਬਦ ਸਮਾਵੇ, ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਜਾਵੇ। ਸ਼ਬਦ ਕੀ ਹੈ? ਉਪਦੇਸ਼। ਜਿਹੜਾ ਗੁਰੂ ਕਾ ਸਿੱਖ ਗੁਰੂ ਕੇ ਉਪਦੇਸ਼ ਵਿੱਚ ਸਮਾ ਜਾਵੇ। ਪਾਤਸ਼ਾਹ ਕਹਿਣ ਲੱਗੇ ਅਵਰ ਨ ਜਾਣੈ ਕੋਈ ਜੀਉ। ਗੁਰੂ ਸ਼ਬਦ ਤੋਂ ਬਿਨਾਂ ਹੋਰ ਕਿਸੇ ਨੂੰ ਉਹ ਜਾਣਦਾ ਹੀ ਨਹੀਂ ਹੈ। ਗੁਰੂ ਸ਼ਬਦ ਤੋਂ ਬਿਨਾਂ ਹੋਰ ਕਿਸੇ ਨੂੰ ਉਹ ਮੰਨਦਾ ਨਹੀਂ ਹੈ। ਅਵਰ ਨ ਜਾਣੈ ਸ਼ਬਦ ਗੁਰ ਕਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਗੁਰ ਸ਼ਬਦ ਸਮਾਵੈ, ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ ਉਹੀ ਜਾਣਦਾ ਹੈ। ਅਵਰ ਨ ਜਾਣੈ ਕੋਈ ਜੀਉ, ਜਿਹੜਾ ਗੁਰੂ ਦੇ ਸ਼ਬਦ ਵਿੱਚ ਨਹੀਂ ਸਮਾਉਂਦਾ, ਗੁਰੂ ਦੇ ਕਹਿਣੇ ਮੁਤਾਬਕ ਨਹੀਂ ਚੱਲਦਾ, ਗੁਰੂ ਦੇ ਭਾਣੇ ਨੂੰ ਨਹੀਂ ਮੰਨਦਾ ਹੈ। ਅਵਰ ਨ ਜਾਣੈ ਕੋਈ ਜੀਉ, ਹੋਰ ਕੋਈ ਦੂਜਾ ਫਿਰ ਪਰਮੇਸ਼ਰ ਨੂੰ ਜਾਣ ਵੀ ਨਹੀਂ ਸਕਦਾ ਹੈ। ਇਹ ਵੀ ਅਰਥ ਸਾਨੂੰ ਪ੍ਰਾਪਤ ਹੁੰਦਾ ਹੈ। ਅਵਰ ਨ ਜਾਣੈ ਸ਼ਬਦ ਗੁਰ ਕਾ। ਗੁਰਮੁਖੋ ਸੱਚਮੁੱਚ ਇਹ ਬਚਨ ਪੱਲੇ ਬੰਨਣ ਵਾਲਾ ਹੈ ਕਿ ਸੱਚਮੁੱਚ ਹੀ ਗੁਰੂ ਦੇ ਸ਼ਬਦ ਤੋਂ ਬਿਨਾਂ ਪਰਮੇਸ਼ਰ ਜਾਣਿਆ ਹੀ ਨਹੀਂ ਜਾਂਦਾ ਹੈ। ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਜਿੰਨੀ ਮਰਜ਼ੀ ਕੋਈ ਦੌੜ ਲਾ ਲਵੇ, ਜਿੰਨੀ ਮਰਜ਼ੀ ਕੋਈ ਸਿਆਣਪ ਵਰਤ ਲਵੇ, ਪਾਤਸ਼ਾਹ ਕਹਿਣ ਲੱਗੇ ਅਵਰੋ ਨਾ ਜਾਣੈ ਸ਼ਬਦ ਗੁਰ ਕੈ। ਗੁਰੂ ਸ਼ਬਦ ਤੋਂ ਬਿਨਾਂ, ਗੁਰੂ ਸਿੱਖਿਆ ਤੋਂ ਬਿਨਾਂ ਉਸ ਪਰਮੇਸ਼ਰ ਨੂੰ ਕੋਈ ਜਾਣ ਨਹੀਂ ਸਕਦਾ ਹੈ। ਏਕ ਨਾਮ ਧਿਆਵੈ। ਹਾਂ, ਜਿਹਦੇ ਉੱਪਰ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਨਾਲ ਜਿਹਨੇ ਇੱਕ ਨਾਮ ਨੂੰ ਧਿਆਇਆ ਹੈ,
ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਜਿਹਨੇ ਨਾਮ ਲਿਆ ਹੈ, ਫਿਰ ਨਾਮ ਨੂੰ ਜਿਹਨੇ ਧਿਆਇਆ, ਜਿਹਨੇ ਕਮਾਇਆ ਹੈ, ਉਹ ਫਿਰ ਗੁਰਮੁਖ ਉਸ ਦੀ ਪ੍ਰਾਪਤੀ ਕਰਦੇ ਹਨ। ਪ੍ਰਸਾਦ ਨਾਨਕ ਗੁਰੂ ਅੰਗਦ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪਰਮੇਸ਼ਰ ਹੀ ਗੁਰੂ ਨਾਨਕ ਰੂਪ ਹੋਇਆ ਹੈ। ਪ੍ਰਸਾਦ ਨਾਨਕ ਉਹ ਜੋ ਪਰਮੇਸ਼ਰ ਹੈ ਉਹ ਗੁਰੂ ਨਾਨਕ ਸਾਹਿਬ ਰੂਪ ਹੈ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਕਿ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਹਨ ਉਹ ਪਰਮੇਸ਼ਰ ਦਾ ਰੂਪ ਹਨ। ਉਹਨਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਦਾਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਕਿਹੜੀ ਦਾਤ ਪ੍ਰਾਪਤ ਕੀਤੀ ਹੈ? ਫਰਮਾਉਂਦੇ ਹਨ ਪਰਮ ਪਦਵੀ ਪਾਵਾ। ਇਹ ਜਿਹੜੀ ਪਰਮ ਪਦਵੀ ਹੈ ਨਾ, ਵੱਡਾ ਪਦ, ਵੱਡੀ ਪਦਵੀ ਕਿਹੜੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਗੁਰਤਾ ਗੱਦੀ। ਇਹ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀਆਂ ਨੇ ਪ੍ਰਸਾਦ ਕਹੀਏ ਕਿਰਪਾ ਕਰਕੇ ਇਹ ਵੱਡੀ ਪਦਵੀ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਪਾਤਸ਼ਾਹ ਇੱਥੇ ਬੈਠੇ। ਇੱਥੇ ਹੀ ਬਸ ਨਹੀਂ, ਫਿਰ ਪ੍ਰਸਾਦ ਦੇ ਅੱਗੇ ਬਚਨ ਆ ਗਿਆ ਗੁਰੂ ਅੰਗਦ। ਜਿਸ ਵੇਲੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਪ੍ਰਸਾਦ ਕਹੀਏ ਕਿਰਪਾ ਕੀਤੀ, ਪਰਮ ਪਦਵੀ ਪਾਵੇ। ਗੁਰੂ ਅੰਗਦ ਦੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਫਿਰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਪਰਮ ਪਦਵੀ, ਇਹ ਵੱਡੀ ਦਾਤ ਗੁਰਤਾ ਗੱਦੀ ਦੀ ਪ੍ਰਾਪਤ ਕੀਤੀ ਹੈ। ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਗੁਰੂ ਦੀ ਦਾਤ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕਰਦੇ। ਗੁਰੂ ਅੰਗਦ ਸਾਹਿਬ ਕਿਰਪਾ ਕਰਕੇ ਗੁਰੂ ਪਦਵੀ ਦੀ ਦਾਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰਦੇ। ਇਸ ਤਰ੍ਹਾਂ ਉਹਨਾਂ ਨੇ ਪਰਮ ਪਦਵੀ ਪਾਵਹਿ, ਇਹ ਵੱਡੀ ਪਦਵੀ ਜਿਹੜੀ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਾਪਤ ਕੀਤੀ ਹੈ। ਆਇਆ ਹਕਾਰਾ। ਜਿਸ ਵੇਲੇ ਉਸ ਪ੍ਰਮਾਤਮਾ ਦਾ ਹਕਾਰਾ ਕਹੀਏ ਸਦਾ ਆਇਆ, ਆਇਆ ਹਕਾਰਾ। ਜਿਸ ਵੇਲੇ ਹਕਾਰਾ ਕਹੀਏ ਸਦਾ ਆਇਆ। ਸਦਾ ਵੀ ਕਿਸ ਤਰ੍ਹਾਂ ਦਾ ਆਇਆ ਹੈ? ਮਹਾਰਾਜ ਕਹਿਣ ਲੱਗੇ ਚੱਲਣ ਵਾਲਾ। ਸਦਾ ਇਹ ਆਇਆ ਸੀ ਚੱਲਣ ਵਾਲਾ। ਗੁਰੂ ਅਮਰਦਾਸ ਪਾਤਸ਼ਾਹ ਨੂੰ ਸਦਾ ਇਹ ਆਇਆ ਪਰਮਾਤਮਾ ਦਾ ਕਿ ਗੁਰੂ ਅਮਰਦਾਸ ਜੀ ਤੁਸੀਂ ਸਰੀਰ ਕਰਕੇ ਉਮਰਾ ਜਿਹੜੀ ਹੈ ਉਹ ਮਾਨ ਲਈ ਹੈ, ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਕੀ ਕਰਨਾ ਹੈ। ਗੁਰਮੁਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ 95 ਸਾਲ ਦੀ ਉਮਰਾ ਜਿਹੜੀ ਹੈ ਉਹ ਸਰੀਰ ਕਰਕੇ ਮਾਣੀ ਹੈ। 7 ਸਾਲ ਦੀ ਉਮਰਾ ਮਹਾਰਾਜ ਜੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਉਮਰਾ ਦੇ ਦਿੱਤੀ ਆਪਣੀ। ਜਦੋਂ ਬੀਬੀ ਭਾਨੀ ਜੀ ਆਏ ਨਾ ਸਤਿਗੁਰਾਂ ਨੂੰ ਮੱਥਾ ਟੇਕਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ ਬੀਬੀ ਭਾਨੀ ਜੀ ਜੇ ਤੁਹਾਡਾ ਪਤੀ ਚੜ੍ਹਾਈ ਕਰ ਜਾਵੇ ਫਿਰ ਕੀ ਕਰੋਗੇ? ਉਸ ਵੇਲੇ ਬੀਬੀ ਭਾਨੀ ਜੀ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਪਿਤਾ ਸਤਿਗੁਰੂ ਜੀ ਅਸੀਂ ਤੁਹਾਡੇ ਭਾਣੇ ਵਿੱਚ ਰਵਾਂਗੇ, ਤੁਹਾਡੀ ਭਾਣੇ ਵਿੱਚ ਹੀ ਪ੍ਰਸੰਨਤਾ ਹੈ, ਅਸੀਂ ਤੁਹਾਡੇ ਹੁਕਮ ਦੇ ਵਿੱਚ ਹੀ ਰਵਾਂਗੇ, ਜਿਵੇਂ ਤੁਹਾਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਆਪ ਜੀ ਕਰੋ। ਜਦੋਂ ਇਹ ਬਚਨ ਬੀਬੀ ਭਾਨੀ ਜੀਆਂ ਨੇ ਆਖੇ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਤੁਹਾਡਾ ਸਾਨੂੰ ਇਹ ਬਚਨ ਬੜਾ ਚੰਗਾ ਲੱਗਾ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੁੰਦਿਆਂ ਸਾਡੀ ਜਿਹੜੀ ਧੀ ਹੈ ਉਹਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਵੇ, ਇਹ ਸਾਨੂੰ ਚੰਗਾ ਨਹੀਂ ਭਾਉਂਦਾ ਹੈ। ਇਸ ਕਰਕੇ ਅਸੀਂ ਆਪਣੀ 7 ਸਾਲ ਦੀ ਜਿਹੜੀ ਉਮਰਾ ਹੈ ਉਹ ਤੁਹਾਡੇ ਪਤੀ ਨੂੰ ਦਿੰਦੇ ਹਾਂ। ਇਹ 7 ਸਾਲ ਅਜੇ ਸੰਸਾਰ ਵਿੱਚ ਹੋਰ ਰਹਿਣਗੇ, ਇਹ ਸਾਡੀ ਉਮਰਾ ਉਹਨਾਂ ਨੂੰ ਮਿਲੀ ਹੈ ਕਿਉਂਕਿ ਉਹਨਾਂ ਦੀ ਉਮਰਾ ਤੇ ਪੂਰੀ ਹੋ ਗਈ ਹੈ, ਪਰ ਅਸੀਂ 95 ਸਾਲ ਦੀ ਉਮਰਾ ਮੰਨ ਲਈ ਹੈ, ਸਾਡੀ ਅਜੇ ਉਮਰਾ ਬਾਕੀ ਹੈ, ਉਹ ਅਸੀਂ ਤੁਹਾਡੇ ਪਤੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਦਿੰਦੇ ਹਾਂ। ਇਸ ਤਰ੍ਹਾਂ ਆਪਣੀ ਉਮਰਾ ਮਹਾਰਾਜ ਜੀਆਂ ਨੇ ਦੇ ਕੇ ਨਾਲ ਗੁਰਤਾ ਗੱਦੀ ਦਿੱਤੀ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਆਇਆ ਹਕਾਰਾ ਚੱਲਣ ਵਾਲਾ। ਸੋ ਚੱਲਣ ਦਾ ਜਿਹੜਾ ਸੱਦਾ ਸੀ ਉਹ ਫਿਰ ਆਪਣੀ ਮਰਜ਼ੀ ਦੇ ਨਾਲ ਸਤਿਗੁਰਾਂ ਨੇ ਜਾਣ ਦਾ ਜਦੋਂ ਮਨ ਬਣਾਇਆ, ਕਹਿਣ ਲੱਗੇ ਅਕਾਲ ਪੁਰਖ ਦਾ ਫਿਰ ਸੱਦਾ ਆਇਆ ਹੈ। ਹਰ ਰਾਮ ਨਾਮ ਸਮਾਇਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜਿਹੜਾ ਮਨ ਹੈ ਉਹ ਹਰੀ ਨਾਮ ਦੇ ਵਿੱਚ ਸਮਾਇਆ ਹੋਇਆ ਹੈ। ਸਤਿਗੁਰੂ ਜੀ ਹਰ ਵੇਲੇ ਵਾਹਿਗੁਰੂ ਦਾ ਚਿੰਤਨ ਕਰਦੇ, ਸਤਿਗੁਰਾਂ ਦਾ ਮਨ ਹਰ ਵੇਲੇ ਪਰਮਾਤਮਾ ਦੇ ਨਾਮ ਦੇ ਵਿੱਚ ਸਮਾਇਆ ਹੈ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਹਰੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਹਰ ਸਮਾਇਆ
ਜਿਹੜਾ ਹਰੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਉਸ ਦਾ ਜਿਹੜਾ ਨਾਮ ਹੈ ਰਾਮ ਨਾਮ, ਜਿਸ ਨੂੰ ਆਪਾਂ ਕਹਿ ਦਿੰਦੇ ਆ ਵਾਹਿਗੁਰੂ ਵਾਹਿਗੁਰੂ। ਤੇ ਪਾਤਸ਼ਾਹ ਕਹਿਣ ਲੱਗੇ ਹਕਾਰਾ ਕਹੀਏ ਹੁਕਮਨਾਮਾ। ਉਸ ਦਾ ਜਿਸ ਵੇਲੇ ਹਕਾਰਾ ਹੁਕਮਨਾਮਾ ਆਇਆ, ਫਿਰ ਐਸਾ ਹੁਕਮ ਨਹੀਂ ਹੈ ਕਿ ਜਿਹੜਾ ਆਇਆ ਮੋੜ ਦਈਏ, ਮੋੜਿਆ ਨਹੀਂ ਜਾ ਸਕਦਾ ਹੈ। ਚੱਲਣ ਵਾਲਾ, ਇਹ ਚਲੇ ਜਾਣ ਵਾਲਾ ਜਿਹੜਾ ਹੈ ਹੁਕਮ ਆਇਆ ਹੈ। ਤੇ ਉਸ ਵੇਲੇ ਫਿਰ ਇਹ ਬਚਨ ਮਹਾਰਾਜ ਜੀਆਂ ਨੇ ਬਖਸ਼ੇ ਹਨ। ਜਗ ਅਮਰ ਅਟਲ ਅਤੋਲ ਠਾਕੁਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਠਾਕੁਰ ਮਾਲਕ ਹੈ ਨਾ ਪਰਮੇਸ਼ਰ, ਉਹ ਕੈਸਾ ਹੈ? ਕਹਿਣ ਲੱਗੇ ਅਮਰ, ਉਹ ਮਰਨੇ ਤੋਂ ਰਹਿਤ ਹੈ। ਪਰਮਾਤਮਾ ਦੀ ਗੱਲ ਕਰਦੇ ਪਏ ਕਿ ਉਹ ਜੋ ਠਾਕੁਰ ਮਾਲਕ ਹੈ ਉਹ ਅਮਰ ਤੋਂ ਕਹੀਏ ਮਰਨੇ ਤੋਂ ਰਹਿਤ, ਉਹਨੂੰ ਮੌਤ ਨਹੀਂ ਹੈ। ਇਸੇ ਤਰ੍ਹਾਂ ਅਟਲ, ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਦਾ ਰਹਿਣ ਵਾਲਾ ਹੈ। ਤੇ ਠਾਕੁਰ ਕਹੀਏ ਸਾਰਿਆਂ ਦਾ ਉਹ ਮਾਲਕ ਹੈ। ਭਗਤ ਤੇ ਹਰ ਪਾਇਆ, ਪਰ ਭਗਤੀ ਕਰਕੇ ਗੁਰਮੁਖਾਂ ਨੇ ਉਸ ਨੂੰ ਪ੍ਰਾਪਤ ਕੀਤਾ ਹੈ। ਉਹ ਪਰਮਾਤਮਾ ਐਵੇਂ ਨਹੀਂ ਪ੍ਰਾਪਤ ਹੋ ਜਾਂਦਾ, ਜਿਨ੍ਹਾਂ ਗੁਰਮੁਖਾਂ ਨੇ ਭਗਤੀ ਕੀਤੀ ਹੈ ਉਹਨਾਂ ਨੂੰ ਉਹ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ 11 ਸਾਲ ਦੀ ਉਮਰਾਂ ਦੇ ਉਸ ਵੇਲੇ ਮਾਲਕ ਨੇ, ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਸਰੀਰ ਛੱਡਿਆ ਹੈ। ਅਤੇ ਮਹਾਰਾਜ ਸਾਹਿਬ ਜੀ ਇਹ ਬਚਨ ਬਾਬਾ ਸੁੰਦਰ ਜੀ ਦੇ ਕੋਲੋਂ ਤਾਂ ਸੁਣਦੇ ਪਏ ਕਿਉਂਕਿ ਉਹ ਉਸ ਵੇਲੇ 17-18 ਸਾਲ ਦੀ ਉਮਰ ਦੇ ਉਹਨਾਂ ਨੂੰ ਸੋਝੀ ਹੈ। ਦੂਜਾ ਬਚਨ ਇਹ ਹੈ ਕਿ ਸਤਿਗੁਰੂ ਜੀ ਭੱਲਿਆਂ ਦੀ ਕੁਲ ਦੇ ਸਾਹਿਬਜ਼ਾਦਿਆਂ ਨੂੰ ਵਡਿਆਈ ਵੀ ਬਖਸ਼ਿਸ਼ ਕਰਨੀ ਚਾਹੁੰਦੇ, ਉਹਨਾਂ ਦੇ ਮੂੰਹੋਂ ਉਹਨਾਂ ਦੇ ਵੱਡਿਆਂ ਦੀ ਸਿਫਤ ਸੁਣਦੇ ਪਏ। ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਮਰਾ ਜਿਹੜੀ ਹੈ ਉਹ ਲਗਭਗ 38-39 ਸਾਲ ਦੀ ਹੈ। ਤੇ ਬਾਬਾ ਸੁੰਦਰ ਜੀਆਂ ਦੀ ਜਿਹੜੀ ਉਮਰਾ ਹੈ ਉਹ 45-46 ਸਾਲ ਦੀ ਹੈ। ਉਹ ਫਿਰ ਬਚਨ ਇੱਥੇ ਸੁਣਾਉਂਦੇ ਪਏ ਕਿ ਸਤਿਗੁਰੂ ਜੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਸੱਚਖੰਡ ਨੂੰ ਜਾਣ ਲੱਗੇ, ਉਸ ਵੇਲੇ ਉਹਨਾਂ ਨੇ ਇਹ ਬਚਨ ਆਖੇ ਸਨ। ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹੜੇ ਬਚਨ ਹੋਏ, ਸੰਗਤਾਂ ਨੂੰ ਕਿਹੜੇ ਬਚਨ ਹੋਏ, ਉਹ ਵੀ ਬਾਬਾ ਸੁੰਦਰ ਜੀ ਇੱਥੇ ਸਾਨੂੰ ਇਸ ਬਾਣੀ ਵਿੱਚ ਬਖਸ਼ਿਸ਼ ਕਰਨਗੇ। ਔਰ ਸਤਿਗੁਰੂ ਜੀ ਇਸ ਬਾਣੀ ਨੂੰ ਫਿਰ ਅੱਗੇ ਦਰਜ ਕਰਦੇ ਪਏ। ਅਗਲੀਆਂ ਪੌੜੀਆਂ ਆਪਾਂ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੈ ਸਾਹਿਬ ਸਿਉ ਮੇਲ। ਆਇਆ ਘਰ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।